महान गुरु के जन्म स्थान का चिन्ह गुरुद्वारा तख्त श्री पटना साहिब। हरमंदिर के दर्शन करके जीवन में एक नवा उत्साह पैदा होता है। हरमंदिर की महानता का चानन इन्हां झरोकियां ते खिड़कियां थाणी संसार के कोने कोने नूं रुशना रहा है। ते कोई 300 वरे पहला गुरु तेग बहादुर के चरणों के नूर ने इस दरवाजे विचों प्रवेश किया। ये पुराना पत्थर उसे समय की यादगार है। ते ये तख्त श्री हरमंदिर साहिब दसम पिता का जन्म स्थान। बालक गुरु गोबिंद के पवित्र गुरधाम का प्रसाद बालकों लिए जवानी की उमंग है ते इस्त्रियां लिए ममता का वरदान। यह है वो पवित्र पौशाका जो 15 वरियां के गुरु के अंगां की शोभा सी। यह है वो पावन स्थान जिथे माता गुजरी ने अपने लाल नूं जन्म दिता। गुरु के जन्म तो कुछ ही दिन बाद पीर भीखन शाह ने गुरु की परख लई 2 कुजे लिया के अगे रख दिते ते मन ही मन सवाल किया, तू हिंदुआं दा है या मुसलमानां दा? पर गुरु तो सब दा साझा सी। उसने अपने दोहें हाथ दोहां कुजियां ते रख दिते। एक पासे मस्जिद दे गुंबद चों आउंदी नमाज दी बांग ते दूजे पासे मंदिर दे कलश चों गूंजदी घंटियां ते आरतियां दी आवाज ते दोहां विचकार गुरु गोबिंद सिंह जी का जन्म स्थान ते फिर तिन्हां थावां तो जिवें इक्को आवाज आई। ये चिट्ठियां हन माता सुंदरी अते गुरु तेग बहादुर के हत्थां दियां लिखियां। ये दशमेश जी का अपने हथी लिखा हुक्मनामा। गुरु के पावन तीर, हर तीर नाल 1.25 तोला सोना, मरण वाले दे संस्कार अते जख्मी लई मरहम पट्टी दे खर्च वजों, तलवार जो देश धर्म की रखिया लई बेनियाम हुई। इन्हां चक्रां ने जालिम हुकूमत नूं चकरा दिता। ये हन बालक गुरु दे ककार, छोटा चक्कर, खंडा, कंगा, छोटी कृपान अते कटार। गुरु दे चरण कमलों की शोभा, उन्हां दे पवित्र जोड़े। इस खड्डी विच कबीर ने दुनिया का ताना बाना बुनिया सी। बालक गुरु दे गुलेले, साखी है कि बौली साहब तो पानी लैन आईयां इस्त्रियां दे घड़े बालक गोबिंद गोलेलियां नाल तोड़ दिंदे। पित्तल दियां गागरां लियाउण लग पईयां तां चोजी गुरु ने तीर कमान संभाल लई। ये पटने का गोबिंद घाट है। लगदी गंगा विच गुरु ने अपना कंगन सुट दिता। माता ने पूछा किवें, तां आपने दूजा भी सुट के कहा इस तरह।
ਇਹ ਪੰਡਿਤ ਸ਼ਿਵਦਾਸ ਦਾ ਚਿੱਤਰ ਹੈ ਜਿਸ ਨੂੰ ਗੁਰੂ ਨੇ ਰਾਮ ਦੇ ਰੂਪ ਵਿੱਚ ਦਰਸ਼ਨ ਦਿੱਤੇ। ਰਾਣੀ ਫਤਿਹ ਚੰਦ ਮੈਣੀ ਦੀ ਮਨੋਕਾਮਨਾ ਗੋਬਿੰਦ ਜੀ ਹਿਲਾਲ ਦੀ ਸੀ। ਗੁਰੂ ਨੇ ਆਪ ਉਸ ਦੀ ਗੋਦੀ ਵਿੱਚ ਬੈਠ ਕੇ ਮਮਤਾ ਦੇ ਕਲੇਜੇ ਠੰਡ ਪਾਈ। ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਜ਼ੁਲਮ ਦਾ ਨਾਸ਼ ਕਰਨ ਲਈ ਆਪ ਦਿੱਲੀ ਪਹੁੰਚੇ ਅਤੇ ਹਿੰਦੂ ਧਰਮ ਦੀ ਰੱਖਿਆ ਹਿੱਤ ਚਾਂਦਨੀ ਚੌਕ ਵਿਖੇ ਆਪਣਾ ਸੀਸ ਦਾ ਬਲੀਦਾਨ ਦਿੱਤਾ। ਇਹ ਗੁਰਦੁਆਰਾ ਸੀਸਗੰਜ ਹੈ। ਸਿੱਖ ਗੁਰੂ ਦੇ ਵਗਦੀਆਂ ਵਾਰਾਂ ਵਿੱਚੋਂ ਗੁਰੂ ਦਾ ਸੀਸ ਅਨੰਦਪੁਰ ਲੈ ਗਏ, ਜਿੱਥੇ ਗੁਰੂ ਗੋਬਿੰਦ ਸਿੰਘ ਨੇ ਆਪ ਆਪਣੇ ਹੱਥੀਂ ਆਪਣੇ ਪਿਤਾ ਦੇ ਸੀਸ ਲਈ ਅੰਗੀਠਾ ਚੁਣਿਆ। ਇਹ ਹੈ ਗੁਰਦੁਆਰਾ ਸੀਸਗੰਜ ਆਨੰਦਪੁਰ। ਤੇ ਧੜ ਦਾ ਸਿੱਖਾਂ ਨੇ ਦਿੱਲੀ ਨੇੜੇ ਇੱਕ ਪਿੰਡ ਵਿਖੇ ਲਿਜਾ ਕੇ ਸੰਸਕਾਰ ਕੀਤਾ। ਗੁਰਦੁਆਰਾ ਰਕਾਬਗੰਜ ਉਸੇ ਪਿੰਡ ਦੀ ਯਾਦ ਦਿਲਾਉਂਦਾ ਹੈ। ਦਿੱਲੀ ਉਦੋਂ ਮੁਗਲਾਂ ਦੀ ਰਾਜਧਾਨੀ ਸੀ ਤੇ ਅੱਜ ਆਜ਼ਾਦ ਭਾਰਤ ਦੀ ਰਾਜਧਾਨੀ ਹੈ। ਪਰ ਅੱਜ ਗੁਰਦੁਆਰੇ ਦੇ ਝਰੋਖਿਆਂ ਚੋਂ ਨਜ਼ਰ ਆਉਂਦਾ ਭਾਰਤ ਦਾ ਰਾਸ਼ਟਰਪਤੀ ਭਵਨ ਅਤੇ ਲੋਕ ਸਭਾ ਉਸ ਮਹਾਨ ਸ਼ਹੀਦੀ ਦਾ ਅਮਰ ਫਲ ਲੱਗਦੇ ਨੇ। ਇਹ ਹੈ ਗੁਰਦੁਆਰਾ ਪੌਂਟਾ ਸਾਹਿਬ, ਨਾਨ ਸਟੇਟ ਵਿਖੇ ਦਸ਼ਮੇਸ਼ ਪਿਤਾ ਦਾ ਝੂਲ ਦਾ ਨਿਸ਼ਾਨ। ਇੱਥੇ ਹੀ ਆਪਨੇ ਭੰਗਾਣੇ ਦੇ ਯੁੱਧ ਦੀ ਤਿਆਰੀ ਕੀਤੀ ਅਤੇ ਧੋਖੇਬਾਜ਼ ਦੁਸ਼ਮਣ 22 ਧਾਰ ਰਾਜਿਆਂ ਦੇ ਦੰਦ ਖੱਟੇ ਕੀਤੇ। ਇਸ ਯੁੱਧ ਵਿੱਚ ਗੁਰੂ ਦੇ ਸਹਾਇਕ ਪੀਰ ਬੁੱਧੂ ਸ਼ਾਹ ਦੇ ਫਰਜ਼ੰਦ ਅਤੇ ਸੈਂਕੜੇ ਪਠਾਨ ਸ਼ਹੀਦ ਹੋਏ। ਇਹ ਹਨ ਉਸ ਯੁੱਧ ਨੂੰ ਫਤਿਹ ਵਿੱਚ ਬਦਲਣ ਵਾਲੇ ਜੇਤੂ ਸ਼ਸਤਰ। ਤੇ ਇਸ ਸਥਾਨ ਉੱਤੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਤੇ ਇਹ ਸਦੀਆਂ ਪੁਰਾਣਾ ਭਾਗਵਾਨ ਦਰਖਤ ਜਿਸ ਦੀ ਛਾਂ ਹੇਠਾਂ ਗੁਰੂ ਦੀਆਂ ਫੌਜਾਂ ਦੇ ਘੋੜੇ ਸਸਤਾਉਂਦੇ ਸਨ ਤੇ ਅੱਜ ਵੀ ਇਹ ਗੁਰੂ ਦੇ ਸ਼ਸਤਰਾਂ ਅਤੇ ਗੁਰਦੁਆਰੇ ਨੂੰ ਛਾਂ ਦੇ ਰਿਹਾ ਹੈ। ਗੁਰੂ ਧਾਮ ਦੀ ਪਰਿਕਰਮਾ ਕਰਦੀਆਂ ਸ਼ਬਦਾਂ ਦੀ ਗੂੰਜ ਵਿੱਚ ਗੁਰੂ ਦੀ ਸੰਗਤਾਂ ਤਲਬ ਸਥਾਨ ਵੱਲ ਵਧ ਰਹੀਆਂ ਨੇ, ਜਿੱਥੇ ਕਦੇ ਗੁਰੂ ਆਪਣੀਆਂ ਫੌਜਾਂ ਨੂੰ ਆਪਣੇ ਹੱਥੀਂ ਤਨਖਾਹਾਂ ਦਿਆ ਕਰਦੇ ਸਨ। ਇਹ ਤਖਤ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਜਿੱਥੇ ਕਵੀ ਗੋਬਿੰਦ ਸਿੰਘ ਬਿਰਾਜਮਾਨ ਹੁੰਦੇ। ਤੇ ਸਾਹਮਣੇ ਉਹਨਾਂ ਦੀ ਪ੍ਰਸ਼ੰਸਾ ਦੇ ਪਾਤਰ 52 ਕਵੀ ਆਪਣੀਆਂ ਰਚਨਾਵਾਂ ਨਾਲ ਪੌਣਾ ਵਿੱਚ ਸੁਗੰਧੀ ਖਲੇਰਦੇ। ਉਹਨਾਂ ਦੀਆਂ ਮਧੁਰ ਕਵਿਤਾਵਾਂ ਜਮਨਾ ਰਾਹੀਂ ਸੰਸਾਰ ਰੂਪੀ ਸਾਗਰ ਦੀਆਂ ਲਹਿਰਾਂ ਨੂੰ ਜਾਗਰਿਤ ਕਰਦੀਆਂ। ਇਹ ਗੋਬਿੰਦ ਘਾਟ ਹੈ, ਜਿੱਥੇ ਕਦੇ ਦਸ਼ਮੇਸ਼ ਪਿਤਾ ਆਪ ਇਸ਼ਨਾਨ ਕਰਨ ਜਾਇਆ ਕਰਦੇ ਸਨ ਤੇ ਅੱਜ ਸੰਗਤਾਂ ਉਸ ਪਵਿੱਤਰ ਜਲ ਵਿੱਚ ਇਸ਼ਨਾਨ ਕਰਕੇ ਜੀਵਨ ਸਫਲ ਕਰਦੀਆਂ ਹਨ। ਸ਼ਾਂਤ ਜਮਨਾ ਨਦੀ ਵਿੱਚ ਇਸ਼ਨਾਨ ਉਪਰੰਤ ਦਸਤਾਰ ਸਜਾਉਣ ਲਈ ਗੁਰੂ ਇਸ ਦਸਤਾਰ ਸਥਾਨ ਤੇ ਆ ਜਾਂਦੇ। ਸ਼ਿਵਾਲਿਕ ਪਰਬਤਾਂ ਦੇ ਸੀਸ ਉੱਤੇ ਉਸਰਿਆ ਮਹਾਨ ਕਿਲਾ ਸ਼੍ਰੀ ਅਨੰਦਪੁਰ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ 10ਵੀਂ ਪਾਤਸ਼ਾਹੀ ਦੀ ਗੱਦੀ ਤੇ ਬਿਰਾਜਮਾਨ ਹੋਏ। ਇਹ ਹੈ ਉਸ ਕਿਲੇ ਦੀ ਦਰਸ਼ਨੀ ਡਿਉੜੀ, ਕਿਲੇ ਦਾ ਪ੍ਰਵੇਸ਼ ਦਵਾਰ। ਇਹ ਪੌੜੀਆਂ 84 ਦੇ ਗੇੜ ਚੋਂ ਕੱਢ ਕੇ ਮੁਕਤੀ ਦੇ ਦਵਾਰ ਗੁਰਦੁਆਰਾ ਕਿਲਾ ਅਨੰਦਪੁਰ ਸਾਹਿਬ ਪਹੁੰਚਾਉਂਦੀਆਂ ਹਨ, ਜਿੱਥੇ ਗੁਰੂ ਜੀ ਨੇ ਜ਼ਾਲਮ ਦੇ ਸਰਵਨਾਸ਼ ਅਤੇ ਮਜ਼ਲੂਮਾਂ ਦੀ ਰੱਖਿਆ ਦਾ ਬੀੜਾ ਉਠਾਇਆ ਸੀ। ਇਹ ਹੈ ਕਿਲੇ ਦੀ ਉਹ ਪੁਰਾਤਨ ਦੀਵਾਰ ਜਿਸ ਨਾਲ ਟਕਰਾ ਕੇ ਦੁਸ਼ਮਣ ਦਾ ਹੰਕਾਰ ਚੂਰ ਚੂਰ ਹੋ ਗਿਆ, ਪਰ ਸੱਚ ਦੀ ਨੀਂਹ ਤੇ ਖੜੀ ਇਹ ਦੀਵਾਰ ਅੱਜ ਵੀ ਖੜੀ ਹੈ। ਇਹਨਾਂ ਕੁੰਦਰਾਂ ਚੋਂ ਬੰਦੂਕਾਂ ਬਾਹਰ ਨਿਕਲਦੀਆਂ ਤੇ ਫਿਰ ਲਾਸ਼ਾਂ ਦੇ ਢੇਰ ਲੱਗ ਜਾਂਦੇ। ਕਿਲੇ ਦੀ ਦੀਵਾਰ ਨਾਲ ਢਾਸਣਾ ਲਾਈ ਸੋਚਵਾਨ ਗੁਰੂ ਨੇ ਜ਼ੁਲਮ ਨਾਲ ਟੱਕਰ ਲੈਣ ਦੀ ਧਾਰੀ ਤੇ ਲੋਕਾਂ ਨੂੰ ਕਿਹਾ, ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰੀ ਆਓ। पर सदियों की गुलामी कारण कायरत इकट्ठे हुए जिसमें कह उठे, हम तो जाने तोलन तकड़ी, नंगी कर्द कबू नहीं पकड़ी,
तुर्कों से क्या जंग मचावें, चिड़ी उड़े डर से मर जावें। तां गुरु गोबिंद सिंह ने ललकार के कहा, 1.25 लाख से एक लड़ाऊं, तब हो गोबिंद सिंह नाम कहाऊं। ये है गुरुद्वारा केसगढ़, खालसे दे जन्म दी यादगार। इत्थे ही गुरु जी ने सिखां नूं 5 ककारां दी दात बख्शी अते 5 प्यारे साजे। उन्हां नूं अमृत छकाया ते उन्हां कोलों आप अमृत छकाया। वाह वाह गुरु गोबिंद सिंह, आपे गुरचेला। जिथे गुरु ने अपने 4 साहिबजादियां नूं आप शस्त्र विद्या सिखाई। ये उस विद्या का ही प्रताप सी कि दोहां वड्डियां साहिबजादियां चमकौर की गढ़ी विच अपनियां तलवारां नाल दुश्मनां दे छक्के छुड़ा दिते। उन्हां दीयां तलवारां म्यानों निकलियां ते फिर म्यान विच ना पईयां। हज़ारां दुश्मनां नाल जूझदियां जद उन्हां शहीदियां पाईयां तां दुश्मन दा लक टुट चुका सी। ये है उन्हां दी सूरबीरता दा अमर निशान, गुरुद्वारा चमकौर साहिब। ये है फतेहगढ़ साहिब का मुख्य द्वार, जिथे दोहां छोटे साहिबजादियां नूं जालमां ने दीवारां विच चिणिया सी। फतेहगढ़ साहिब जुल्म दी हार ते धर्म दी फतेह दा गढ़ है। इस चिट्टी चादर हेठां है वो खूनी दीवार जिथे गुरु दे लालां नूं चिणिया गया। बज्जर इट्टां ने भी लालां दीयां गर्दनां तो तां जाण तो इनकार कर दिता, पर पत्थर दिल हथियारियां ने उन्हां दी सीस कट के कंध उसार लई। उधर कंध चिणी जा रही सी, इधर विच माता गुजरी कैद सी। माता ने जद लालां दी शहीदी की खबर सुनी तो अपने प्राण त्याग दिते। यह है गुरुद्वारा माता गुजरी की यादगार। ये है सरहंद दा गुरुद्वारा ज्योति स्वरूप। ये है छोटे साहिबजादियां दी समाध, प्यो माता गुजरी दी, जिथे अज भी उन्हां दियां 3 ज्योतियां दा नूर डलक रहा है। ये है माछीवाड़े विखे नबी खान ते गनी खान का मकान। इत्थे गुरु जी ने 2 दिन अते 2 रातां विश्राम किया ते उच दा पीर होके इस दरवाजे विचों बाहर निकले। गुलाबे पंजाबे दे खूह उत्ते आके आपने इशनान किया ते एक टिंड दे सराहने सिर धर के इस वृक्ष दे हेठां रात भर नींदर माणी। ये थां गुरुद्वारा चरण कमल माछीवाड़े के नाम नाल प्रसिद्ध है। चारे लाल माता ते पिता वार के गुरु ने परमात्मा का शुक्र अदा किया। हे परमात्मा, तू अपनी अमानत वापस लैके मैनू सुरखरू कर दिता। तेरा अपार शुक्र है, मैं इस कर्ज तो मुक्त हो गया। कि फिर मुक्ति का दाता 40 मुक्तियां नूं मुक्त करने लई टिब्बी साहब मुक्तसर पहुंचा। यह है गुरुद्वारा तंबू साहिब, जिथे 40 मुक्तियां का डेरा सी। इस रंग तत्ते विच लखां दी धाड़वी फौज नाल लोहा लैंदियां इन्हां 40 ਸਿੰਘਾਂ ने मां सिंह की अगवाई विच 1.25 लाख सेक लड़ाउण का सबूत दिंदियां शहादत का अमृत पीता। महा सिंह के श्वास तरस रहे सन कि गुरु आवे ते बेदावा पाड़े, ते गुरु ने आन के बेदावा पाड़िया, टुट्टी गंढी अते महा सिंह नूं मुक्त किया। इस दरख्त थले गुरु ने घोड़ा बन्निया सी ते इस जगह बेदावा पाड़िया, जो गुरुद्वारा टुट्टी गंढी मुक्तसर के नाम नाल मशहूर है। ते इथों महाराज दमदमा साहब चले गए और औरंगजेब के मरण की खबर सुनदियां ही आपने तलवार रख दी अते प्रभु नाल लिव लाई। बाद विच आप दिल्लियों हुंदे हुए हजूर साहब पहुंचे। गुरुद्वारा माता सुंदरी दिल्ली, जिथे माता जी 40 साल तक रहे। दर्शन अभिलाषी हुण नांदेड़ दी जू विखे हन, जो महाराष्ट्र विच है।
ਗੁਰੂ ਦੀਆਂ ਪਿਆਰੀਆਂ ਸੰਗਤਾਂ ਦੂਰੋਂ ਦੂਰੋਂ ਆ ਕੇ ਇੱਥੇ ਸੇਵਾ ਕਰ ਰਹੀਆਂ ਨੇ। ਨਿਸ਼ਾਨਾ ਹੈ ਗੋਦਾਵਰੀ ਉੱਤੇ ਇੱਕ ਵੱਡੇ ਪੁਲ ਦੀ ਉਸਾਰੀ, ਜਿਸ ਉੱਤੇ ਲੱਖਾਂ ਰੁਪਇਆਂ ਦੇ ਖਰਚ ਦਾ ਅਨੁਮਾਨ ਹੈ। ਇਸ ਪੁਲ ਦੇ ਮੁਕੰਮਲ ਹੋਣ ਬਾਅਦ ਉਥੋਂ ਦੇ ਲੋਕਾਂ ਅਤੇ ਬਾਹਰੋਂ ਆਈਆਂ ਸੰਗਤਾਂ ਨੂੰ ਦਰਿਆ ਦੇ ਆਰ-ਪਾਰ ਜਾਣ 'ਚ ਆਸਾਨੀ ਰਹੇਗੀ ਅਤੇ ਦੋਹਾਂ ਕਿਨਾਰਿਆਂ ਦੇ ਗੁਰਦੁਆਰਿਆਂ ਵਿਚਲਾ ਪਾਟ ਮਿਟ ਜਾਏਗਾ। ਦਰਿਆ ਦੇ ਉਸ ਪਾਰ ਇੱਕ ਗੁਰਦੁਆਰਾ ਸ਼ਿਕਾਰ ਘਾਟ, ਜਿੱਥੇ ਗੁਰੂ ਜੀ ਆਪ ਸ਼ਿਕਾਰ ਖੇਡਿਆ ਕਰਦੇ ਸਨ। ਇੱਥੇ ਹੀ ਆਪਨੇ ਮੂਲੇ ਖੱਤਰੀ ਨੂੰ ਮੁਕਤੀ ਦਾ ਦਾਨ ਦਿੱਤਾ। ਤੇ ਦਰਿਆ ਦੇ ਇਸ ਪਾਰ ਹੈ ਗੁਰਦੁਆਰਾ ਨਗੀਨਾ ਘਾਟ, ਜਿੱਥੇ ਚੋਜੀ ਪਾਤਸ਼ਾਹ ਚੋਜ ਕਮਾਉਂਦੇ ਰਹੇ। ਤੇ ਇਹ ਹੈ ਨਿਸ਼ਾਨ ਗੁਰਦੁਆਰਾ ਸੱਚਖੰਡ ਦਰਬਾਰ ਹਜ਼ੂਰ ਸਾਹਿਬ ਨਾਂਦੇੜ। ਦੂਰੋਂ ਡਲਕਾ ਮਾਰਦਾ ਸੋਨੇ ਦਾ ਛੱਤਰ, ਗੁਰੂ ਗੋਬਿੰਦ ਸਿੰਘ ਜੀ ਦੇ ਸੁਨਹਿਰੀ ਕਾਰਨਾਮਿਆਂ ਦੀ ਯਾਦਗਾਰ। ਤੇ ਉਹਨਾਂ ਦੀ ਮਹਾਨਤਾ ਵਾਂਗ ਉੱਚੇ ਗगन ਸ਼ੋਮ ਦੇ ਨਿਸ਼ਾਨ ਸਾਹਿਬ। ਹਰ ਸਾਲ ਇੱਥੇ ਦੁਸਹਿਰਾ ਮਨਾਇਆ ਜਾਂਦਾ ਹੈ, ਬੜੀ ਧੂਮ-ਧਾਮ, ਜੋਸ਼ ਅਤੇ ਉਮਾਹ ਨਾਲ। ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਹਨ। ਗੁਰੂ ਦੇ ਘੋੜਿਆਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਇਹਨਾਂ ਘੋੜਿਆਂ ਤੇ ਕੋਈ ਨਹੀਂ ਬੈਠਦਾ। ਸਾਰੇ ਸ਼ਹਿਰ ਵਿੱਚ ਘੁੰਮਣ ਤੋਂ ਬਾਅਦ ਇਹ ਘੋੜੇ ਵਾਪਸ ਆ ਕੇ ਜਦੋਂ ਨਿਸ਼ਾਨ ਸਾਹਿਬ ਦੀ ਪਰਿਕਰਮਾ ਉਪਰੰਤ ਮੱਥਾ ਟੇਕਦੇ ਹਨ ਤਾਂ ਬੇਅੰਤ ਸੰਗਤਾਂ ਦੇ ਮਸਤਕ ਆਪ ਮੁਹਾਰੇ ਗੁਰੂ ਦੀ ਦਹਿਲੀਜ਼ ਤੇ ਝੁਕ ਜਾਂਦੇ ਹਨ। ਧੰਨ ਹੈ ਗੁਰੂ ਤੇ ਗੁਰੂ ਦਾ ਦਰਬਾਰ। ਗੁਰੂ ਦੇ ਜੀਵਨ ਦੇ ਅਨੇਕਾਂ ਰੰਗਾਂ ਵਿੱਚ ਰੰਗਿਆ। ਹਜ਼ਾਰਾਂ ਰੀਝਾਂ ਤੇ ਮਨੋਭਾਵਾਂ ਦੀ ਮੀਨਾਕਾਰੀ ਨਾਲ ਸੋਭਦੇ ਗੁਰੂ ਧਾਮ ਦੀਆਂ ਛੱਤਾਂ ਤੇ ਦੀਵਾਰਾਂ। ਸਿੱਖਾਂ ਦੇ ਪਿਆਰ ਤੇ ਸ਼ਰਧਾ ਦੀ ਬੇਮਿਸਾਲ ਤਸਵੀਰ ਤੇ ਗੁਰੂ ਦੇ ਜੀਵਨ, ਕੁਰਬਾਨੀਆਂ ਤੇ ਘਾਲਨਾਵਾਂ ਵਿੱਚੋਂ ਪਰਜਵਲਤ ਬਹਾਦਰੀ ਅਤੇ ਸੂਰਬੀਰਤਾ ਦੇ ਅਮਰ ਨਿਸ਼ਾਨ। ਅਕਾਲੀ ਫੂਲਾ ਸਿੰਘ ਦਾ ਖੰਡਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ 2 ਤਲਵਾਰਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਤੀਰ, ਗੁਰੂ ਜੀ ਦੀ ਛੋਟੀ ਕਿਰਪਾਨ, ਤੇ ਇਹ ਅੰਗੀਠਾ ਜਿੱਥੇ 10ਵੇਂ ਪਾਤਸ਼ਾਹ ਆਪਣੇ ਘੋੜੇ ਸਮੇਤ ਅਲੋਪ ਹੋ ਗਏ ਸਨ। ਪਰ ਉਹ ਕਿਤੇ ਲੁਕੇ ਹੋਏ ਤਾਂ ਨਹੀਂ, ਉਹ ਤਾਂ ਗगन ਦੀ ਵਿਸ਼ਾਲਤਾ ਵਿੱਚ ਵਿਸਮੇ ਹੋਏ। ਬੱਦਲਾਂ ਤੇ ਪੌਣਾਂ ਵਿੱਚ ਇੱਕ ਮਿਕ ਸਾਡੇ ਸਿਰਾਂ ਉੱਤੇ ਆਪਣੀ ਛਤਰ ਛਾਇਆ ਬਖਸ਼ਦੇ ਹੋਏ ਸਦਾ ਸਾਡੇ ਅੰਗ ਸੰਗ ਹਨ।
ਧੰਨ ਹੈ ਗੁਰੂ ਤੇਰੀਆਂ ਮਹਾਨ ਕੁਰਬਾਨੀਆਂ ਦੀ ਅਪਾਰ ਸ਼ਕਤੀ। ਜੋ ਬੰਦਾ ਬਹਾਦਰ ਦੇ ਸਰੀਰ ਵਿੱਚ ਆਈ ਤਾਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਜਿਸ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਪਿੱਠ ਤੇ ਹੱਥ ਰੱਖਿਆ ਤਾਂ ਦੁਸ਼ਮਣਾਂ 'ਚ ਹਾਹਾਕਾਰ ਮਚ ਗਈ। ਜਿਸ ਨੇ ਬਾਬਾ ਦੀਪ ਸਿੰਘ ਜਿਹੇ ਸ਼ਹੀਦ ਪੈਦਾ ਕੀਤੇ ਜੋ ਸੀਸ ਤਲੀ ਤੇ ਰੱਖ ਕੇ ਵੀ ਦੁਸ਼ਮਣਾਂ ਦੇ ਆਹੂ ਲਾਉਂਦੇ ਚਲੇ ਗਏ। ਜਿਸ ਨੇ ਐਸੇ ਸਿੱਖ ਪੈਦਾ ਕੀਤੇ ਜੋ ਤੇਰੇ ਅੰਮ੍ਰਿਤ ਸਦਕਾ ਮੌਤ ਤੇ ਫਤਿਹ ਪਾ ਗਏ, ਜਿਨ੍ਹਾਂ ਦੇ ਸਿਰਾਂ ਦਾ ਮੁੱਲ 80-80 ਰੁਪਏ ਪਿਆ। ਜੇ ਸਹਿਣ ਸ਼ਕਤੀ ਦਿੱਤੀ ਤਾਂ ਅਜਿਹੀ ਕਿ ਸਿੰਘਾਂ ਨੇ ਬੰਦ ਕਟਵਾਏ, ਰੰਬੀਆਂ ਨਾਲ ਖੋਪੜੀਆਂ ਉਤਰਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਹੱਸ ਕੇ ਗਰਦਨਾਂ ਕਟਵਾਈਆਂ ਪਰ ਸੀ ਨਾ ਕੀਤੀ। ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ। ਧੰਨ ਹਨ ਉਹ ਮਾਵਾਂ ਜਿਨ੍ਹਾਂ ਦੇ ਬੱਚੇ ਨੇਜ਼ਿਆਂ ਤੇ ਟੰਗੇ ਗਏ, ਬੱਚਿਆਂ ਦੀਆਂ ਗਰਦਨਾਂ ਝੋਲੀਆਂ ਵਿੱਚ ਪਵਾਈਆਂ, ਪਰ ਫਿਰ ਵੀ ਕੁੱਖ ਚੋਂ ਭਗਤ ਸਿੰਘ ਜਿਹੇ ਲਾਲਾ ਨੂੰ ਜਨਮ ਦਿੱਤਾ ਜੋ ਦੇਸ਼ ਤੇ ਕੌਮ ਦੀ ਖਾਤਰ ਹੱਸ ਕੇ ਫਾਂਸੀਆਂ ਤੇ ਲਟਕੇ। ਗੁਰੂ ਜੀ, ਤੁਸੀਂ ਆਪਣੇ ਮਾਤਾ ਪਿਤਾ ਅਤੇ ਚਾਰੇ ਲਾਲ ਵਾਰ ਕੇ ਜੋ ਕਾਰਨਾਮਾ ਕੀਤਾ ਸੀ ਉਹ ਭਾਰਤ ਦੇ ਇਤਿਹਾਸ ਦਾ ਸਭ ਤੋਂ ਸੁਨਹਿਰੀ ਵਰਕਾ ਹੈ। ਅਸੀਂ ਤੇਰੇ ਪੈਰ ਚਿੰਨ੍ਹਾਂ ਤੇ ਚੱਲਣ ਦਾ ਪ੍ਰਣ ਕਰਦੇ ਹਾਂ। ਦੇਸ਼ ਕੌਮ ਦੀ ਰੱਖਿਆ ਲਈ ਤਨ ਮਨ ਧਨ ਦੀ ਕੁਰਬਾਨੀ ਦਾ ਪ੍ਰਣ ਅਤੇ ਮੂੰਹਾਂ ਤੇ ਗੁਰੂਆਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।